ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ YouTube ਚੈਨਲ ਪੀਐਸਟਾਟ ਸਟੱਡੀ ਨੋਟਸ ਦੇ ਉੱਪਰ ਜੀ। ਸੋ ਮਾਸਟਰ ਕਾਰਡ ਐਸਐਸਟੀ ਦੀ ਤਿਆਰੀ ਕਰ ਰਹੇ ਵਿਦਿਆਰਥੀ ਜਿਨ੍ਹਾਂ ਨੇ ਸਵਿਕਸ ਚੂਜ਼ ਕੀਤਾ ਜੀ, ਉਹਨਾਂ ਵਾਸਤੇ ਲੈਸਨ ਨੰਬਰ 15 ਦੇ ਵਿੱਚ ਅੱਜ ਆਪਾਂ ਸੰਯੁਕਤ ਰਾਸ਼ਟਰ ਅਤੇ ਭਾਰਤ ਸੋ ਇਸ ਟੌਪਿਕ ਦੇ ਨਾਲ ਸੰਬੰਧਿਤ ਇੰਪੋਰਟੈਂਟ ਜਿਹੜੇ 30 MCQs ਨੇ ਉਹ ਡਿਸਕਸ ਕਰਾਂਗੇ। ਜਿਸ ਤੋਂ ਪਹਿਲਾਂ ਆਪਾਂ ਸੰਯੁਕਤ ਰਾਸ਼ਟਰ ਉਸ ਦੀਆਂ ਜਿਹੜੀਆਂ ਵੱਖ-ਵੱਖ ਸੰਸਥਾਵਾਂ ਨੇ, ਵੱਖ-ਵੱਖ ਉਹਦੇ ਅੰਗ ਨੇ ਡਿਟੇਲ ਦੇ ਵਿੱਚ। ਇਸ ਤੋਂ ਪਹਿਲਾਂ ਆਪਾਂ 65 ਜਿਹੜੇ ਕੁਐਸਚਨ ਨੇ ਉਹ ਡਿਸਕਸ ਕਰ ਚੁੱਕੇ ਹਾਂ ਜੀ। ਜਿਹੜੇ ਵਿਦਿਆਰਥੀ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਲੇਲਿਸਟ 'ਚ ਜਾ ਕੇ ਇਸ ਤੋਂ ਪਹਿਲਾਂ ਜਿੰਨੀਆਂ ਵੀ ਅਪਲੋਡ ਵੀਡੀਓ ਨੇ ਸੋ 14 ਲੈਸਨ ਨੇ ਜੀ ਸਵਿਕਸ ਦੇ। ਇਸ ਤੋਂ ਇਲਾਵਾ ਜਿਹੜਾ ਹੈ 13 ਕੁ ਲੈਸਨ ਜਿਹੜੇ ਹਿਸਟਰੀ ਦੇ ਆਪਾਂ ਕਰ ਚੁੱਕੇ ਹਾਂ। ਸੋ ਸਾਰੀਆਂ ਵੀਡੀਓ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ। ਵੀਡੀਓ ਦੇ ਅੰਤ ਦੇ ਵਿੱਚ ਵੀ ਪਲੇਲਿਸਟ ਸ਼ੋ ਹੋ ਜਾਏਗੀ। ਉਸ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਸੀਟੈਟ ਦੀ, ਪੀਐਸਟੈਟ ਦੀ, ਮਾਸਟਰ ਕਾਰਡਰ ਦੀ ਜਿਹੜੀ ਤਿਆਰੀ ਆ ਉਹ ਕਰ ਸਕਦੇ ਹੋ ਜੀ। ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਕੁਐਸਚਨ ਨੰਬਰ ਪਹਿਲਾ ਜੀ ਆਪਣਾ, ਭਾਰਤ ਸੰਯੁਕਤ ਰਾਸ਼ਟਰ ਦਾ ਮੈਂਬਰ ਕਦੋਂ ਬਣਿਆ? ਆਪਸ਼ਨ ਏ ਜੀ 1945, ਆਪਸ਼ਨ ਬੀ ਹੈ ਜੀ 1947, ਆਪਸ਼ਨ ਸੀ ਹੈ ਜੀ 1950, ਆਪਸ਼ਨ ਡੀ ਹੈ ਜੀ 1954 ਜੀ। ਤਾਂ ਸਹੀ ਆਨਸਰ ਹੈ ਜੀ ਇਸ ਦਾ ਆਪਸ਼ਨ ਏ ਜੀ 1945 ਦੇ ਵਿੱਚ ਭਾਰਤ ਜਿਹੜਾ ਸੰਯੁਕਤ ਰਾਸ਼ਟਰ ਸੰਘ ਦਾ ਮੈਂਬਰ ਬਣ ਗਿਆ ਸੀ। ਯਾਦ ਰੱਖਣਾ ਕਿ ਭਾਰਤ ਸੰਯੁਕਤ ਰਾਸ਼ਟਰ ਦਾ ਜਿਹੜਾ ਮੌਲਿਕ ਮੈਂਬਰ ਹੈ, ਓਰੀਜਨਲ ਮੈਂਬਰ ਹੈ। ਭਾਰਤ ਉਹਨਾਂ 51 ਦੇਸ਼ਾਂ ਦੇ ਵਿੱਚ ਸ਼ਾਮਲ ਸੀ ਜੀ। ਉਹਨਾਂ ਦੇ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਜਿਹੜੀ ਸਾਨ ਫਰਾਂਸਿਸਕੋ ਵਿਖੇ ਕੌਮਾਂਤਰੀ ਸੰਮੇਲਨ ਵਿੱਚ 26 ਜੂਨ 1945 ਨੂੰ ਸੰਯੁਕਤ ਰਾਸ਼ਟਰ ਸੰਘ ਦੇ ਚਾਰਟਰ ਦੇ ਵਿੱਚ ਜਿਹੜੇ ਹਸਤਾਖਰ ਹੋਏ ਸੀ ਉਹਨਾਂ ਦੇ ਵਿੱਚ ਭਾਰਤ ਜਿਹੜਾ ਸ਼ਾਮਲ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 2, ਇਸ ਮਹਾਸਭਾ ਵਿੱਚ ਮੈਂ ਆਪਣੇ ਦੇਸ਼ ਦੇ ਲੋਕਾਂ ਅਤੇ ਆਪਣੀ ਸਰਕਾਰ ਵੱਲੋਂ ਕਹਿਣਾ ਚਾਹਾਂਗਾ ਕਿ ਅਸੀਂ ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਅਤੇ ਉਦੇਸ਼ਾਂ ਦੀ ਪੂਰਨ ਤੌਰ 'ਤੇ ਪਾਲਣਾ ਕਰਦੇ ਹਾਂ ਅਤੇ ਇਹਨਾਂ ਦੀ ਪੂਰਤੀ ਲਈ ਅਸੀਂ ਪੂਰਨ ਯੋਗਤਾ ਸਹਿਤ ਯਤਨ ਕਰਾਂਗੇ। ਇਹ ਸ਼ਬਦ ਕਹੇ। ਆਪਸ਼ਨ ਏ ਹੈ ਜੀ ਸ਼੍ਰੀਮਤੀ ਇੰਦਰਾ ਗਾਂਧੀ, ਆਪਸ਼ਨ ਬੀ ਹੈ ਜੀ ਡਾਕਟਰ ਰਜਿੰਦਰ ਪ੍ਰਸਾਦ, ਆਪਸ਼ਨ ਸੀ ਹੈ ਜੀ ਪੰਡਿਤ ਜਵਾਹਰ ਲਾਲ ਨਹਿਰੂ, ਆਪਸ਼ਨ ਡੀ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਹੈ ਜੀ। ਸੋ ਇਹ ਜਿਹੜੇ ਸ਼ਬਦ ਨੇ ਸੰਯੁਕਤ, ਆਪਸ਼ਨ ਸੀ ਹੈ ਜੀ ਪੰਡਿਤ ਜਵਾਹਰ ਲਾਲ ਨਹਿਰੂ। ਇਹ ਸ਼ਬਦ 3 ਨਵੰਬਰ 1948 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਸੰਯੁਕਤ ਰਾਸ਼ਟਰ ਦੀ ਜਿਹੜੀ ਮਹਾਸਭਾ ਹੈ ਉਸ ਨੂੰ ਸੰਬੋਧਨ ਕਰਦੇ ਹੋਏ ਕਹੇ ਸੀ ਜੀ। ਸੋ ਜਿਸ ਤੋਂ ਸਾਡਾ ਜਿਹੜਾ ਹੈ ਇਹਨਾਂ ਤੋਂ ਸਾਡੇ ਸਪਸ਼ਟ ਹੋ ਜਾਂਦਾ ਕਿ ਸੰਯੁਕਤ ਰਾਸ਼ਟਰ ਦੇ ਨਾਲ ਭਾਰਤ ਦੀ ਕੀ ਭੂਮਿਕਾ ਹੈ ਜਾਂ ਸੰਯੁਕਤ ਰਾਸ਼ਟਰ ਅਤੇ ਭਾਰਤ ਦੇ ਕਿਸ ਤਰ੍ਹਾਂ ਦੇ ਸਬੰਧ ਨੇ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 3, ਸੰਯੁਕਤ ਰਾਸ਼ਟਰ ਸੰਘ ਦੀ ਮਹਾਸਭਾ ਜਿਹਨੂੰ ਆਪਾਂ ਜਨਰਲ ਅਸੈਂਬਲੀ ਵੀ ਕਹਿੰਦੇ ਹਾਂ ਜੀ ਦਾ ਪ੍ਰਧਾਨ ਬਣਨ ਵਾਲਾ ਜਾਂ ਵਾਲੀ ਪਹਿਲੀ ਭਾਰਤੀ ਸੀ। ਆਪਸ਼ਨ ਹੈ ਜੀ ਸ਼੍ਰੀਮਤੀ ਇੰਦਰਾ ਗਾਂਧੀ, ਆਪਸ਼ਨ ਬੀ ਹੈ ਜੀ ਪੰਡਿਤ ਜਵਾਹਰ ਲਾਲ ਨਹਿਰੂ, ਆਪਸ਼ਨ ਸੀ ਹੈ ਜੀ ਸ਼੍ਰੀਮਤੀ ਵਿਜੇ ਲక్ష్ਮੀ ਪੰਡਿਤ, ਆਪਸ਼ਨ ਡੀ ਹੈ ਜੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ। ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਹੈ ਜੀ ਸ਼੍ਰੀ ਵਿਜੇ ਲక్ష్ਮੀ ਪੰਡਿਤ ਜੀ। ਸੋ ਇਹ ਜਿਹੜੇ 1954 ਦੇ ਵਿੱਚ ਭਾਰਤ ਦੀ ਇਹ ਜਿਹੜੀ ਮਹਿਲਾ ਸੀ ਸ਼੍ਰੀਮਤੀ ਵਿਜੇ ਲక్ష్ਮੀ ਪੰਡਿਤ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੀ ਪ੍ਰਧਾਨ ਚੁਣੀ ਗਈ ਸੀ। ਔਰ ਇਹ ਵੀ ਯਾਦ ਰੱਖਣਾ ਕਿ ਉਹ ਇਸ ਸਭਾ ਦੀ ਮਹਾਸਭਾ ਦੀ ਜਿਹੜੀ ਪਹਿਲੀ ਇਸਤਰੀ ਪ੍ਰਧਾਨ ਸੀ ਵਿਜੇ ਲక్ష్ਮੀ ਪੰਡਿਤ। ਕੁਐਸਚਨ ਆ ਸਕਦਾ ਹੈ ਕਿ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੀ ਪਹਿਲੀ ਪ੍ਰਧਾਨ ਬਣਨ ਵਾਲੀ ਔਰਤ ਕਿਸ ਦੇਸ਼ ਨਾਲ ਸੰਬੰਧਿਤ ਸੀ? ਤਾਂ ਭਾਰਤ ਦੇ ਨਾਲ ਸੰਬੰਧਿਤ ਸੀ। ਨਾਮ ਸੀ ਉਸਦਾ ਵਿਜੇ ਲక్ష్ਮੀ ਪੰਡਿਤ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 4, ਸੰਯੁਕਤ ਰਾਸ਼ਟਰ ਸੰਘ ਦੀ ਮਹਾਸਭਾ ਵਿੱਚ ਹਿੰਦੀ ਵਿੱਚ ਭਾਸ਼ਣ ਦੇਣ ਵਾਲਾ ਪਹਿਲਾ ਭਾਰਤੀ। ਆਪਸ਼ਨ ਹੈ ਜੀ ਸ਼੍ਰੀ ਰਾਜੀਵ ਗਾਂਧੀ, ਆਪਸ਼ਨ ਬੀ ਹੈ ਜੀ ਸ਼੍ਰੀ ਅਟਲ ਬਿਹਾਰੀ ਵਾਜਪੇਈ, ਆਪਸ਼ਨ ਸੀ ਹੈ ਜੀ ਸ਼੍ਰੀ ਨਰਿੰਦਰ ਮੋਦੀ, ਆਪਸ਼ਨ ਡੀ ਹੈ ਜੀ ਸਰਦਾਰ ਗਿਆਨੀ ਜੈਲ ਸਿੰਘ। ਤਾਂ ਬਿਲਕੁਲ ਸਹੀ ਆਨਸਰ ਹੈ ਜਿਸ ਦਾ ਆਪਸ਼ਨ ਬੀ ਜੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਨੇ ਸੰਯੁਕਤ ਰਾਸ਼ਟਰ ਦੀ ਜਿਹੜੀ ਮਹਾਸਭਾ ਜਨਰਲ ਅਸੈਂਬਲੀ ਹੈ ਉਸ ਦੇ ਵਿੱਚ ਹਿੰਦੀ ਦੇ ਵਿੱਚ ਭਾਸ਼ਣ ਦਿੱਤਾ ਸੀ। ਔਰ ਉਹ ਪਹਿਲੇ ਭਾਰਤੀ ਸੀ ਜਿਨ੍ਹਾਂ ਨੇ ਹਿੰਦੀ ਦੇ ਵਿੱਚ ਭਾਸ਼ਣ ਦਿੱਤਾ ਸੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ ਆਪਣਾ 5, ਇਹਨਾਂ ਵਿੱਚੋਂ ਕਿਹੜਾ ਭਾਰਤੀ ਅੰਤਰਰਾਸ਼ਟਰੀ ਅਦਾਲਤ ਦਾ ਪ੍ਰਧਾਨ ਬਣਿਆ? ਆਪਸ਼ਨ ਹੈ ਜੀ ਡਾਕਟਰ RS ਪਾਠਕ, ਆਪਸ਼ਨ ਬੀ ਹੈ ਜੀ ਡਾਕਟਰ ਨਗਿੰਦਰ ਸਿੰਘ, ਆਪਸ਼ਨ ਸੀ ਹੈ ਜੀ RB ਪਾਲ, ਆਪਸ਼ਨ ਡੀ ਹੈ ਜੀ BN ਰਾਓ। ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਬੀ ਹੈ ਜੀ ਡਾਕਟਰ ਨਗਿੰਦਰ ਸਿੰਘ ਜੀ। ਔਰ ਇਸ ਤੋਂ ਬਾਅਦ ਜਿਹੜਾ ਹੈ 1999 ਦੇ ਵਿੱਚ, ਅਪ੍ਰੈਲ 1999 ਦੇ ਵਿੱਚ ਜਿਹੜਾ ਹੈ ਭਾਰਤ ਦੀ ਸਰਵਉੱਚ ਅਦਾਲਤ ਦੇ ਜਿਹੜੇ ਮੁੱਖ ਜੱਜ ਸੀ ਸ਼੍ਰੀ RS ਪਾਠਕ ਜੀ, ਸੋ ਉਹ ਵੀ ਜਿਹੜੇ ਨੇ ਨਿਆਂ ਜਿਹੜੀ ਅੰਤਰਰਾਸ਼ਟਰੀ ਅਦਾਲਤ ਹੈ ਨਿਆਂ ਦੀ ਉਸ ਦੇ ਜੱਜ ਚੁਣੇ ਗਏ ਸਨ। ਸੋ ਇਹ ਕੁਐਸਚਨ ਆ ਸਕਦਾ ਹੈ ਕਿ ਡਾਕਟਰ RS ਪਾਠਕ ਕਦੋਂ ਜਿਹੜੇ ਹੈ ਅੰਤਰਰਾਸ਼ਟਰੀ ਜੱਜ ਦੇ ਅੰਤਰਰਾਸ਼ਟਰੀ ਅਦਾਲਤ ਦੇ ਜਿਹੜੇ ਜੱਜ ਬਣੇ ਸੀ? ਤਾਂ ਉਹ ਬਣੇ ਸੀ ਅਪ੍ਰੈਲ 1999 ਦੇ ਵਿੱਚ।
ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 6 ਇੰਡੋਨੇਸ਼ੀਆ ਦਾ ਝਗੜਾ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਕੋਲ ਕਦੋਂ ਗਿਆ? ਆਪਸ਼ਨ ਏ ਜੀ 1948, ਆਪਸ਼ਨ ਬੀ ਜੀ 1947, ਆਪਸ਼ਨ ਸੀ ਹੈ ਜੀ 1950, ਆਪਸ਼ਨ ਡੀ ਹੈ ਜੀ 1977। ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਏ ਹੈ ਜੀ 1948 ਦੇ ਵਿੱਚ ਜੀ। ਸੋ ਯਾਦ ਰੱਖਣਾ ਹੈ ਕਿ ਭਾਰਤ ਨੇ ਜਿਹੜਾ ਹੈ ਵਿਸ਼ਵ ਸ਼ਾਂਤੀ ਦੀ ਸਥਾਪਨਾ ਦੇ ਲਈ ਸੰਯੁਕਤ ਰਾਸ਼ਟਰ ਨੂੰ ਹਰ ਪੱਖ ਤੋਂ ਜਿਹੜਾ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਹੈ ਔਰ ਕਈ ਦੇਸ਼ਾਂ ਦੇ ਝਗੜੇ ਨਿਪਟਾਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਔਰ ਇਸ ਸੰਬੰਧੀ ਪਹਿਲਾ ਮਾਮਲਾ ਜਿਹੜਾ ਇੰਡੋਨੇਸ਼ੀਆ ਦੇਸ਼ ਦਾ ਹੈ ਜੀ। ਭਾਰਤ ਇੰਡੋਨੇਸ਼ੀਆ ਦੀ ਨੀਦਰਲੈਂਡ ਦੀ ਜਿਹੜੀ ਅਧੀਨਗੀ ਦੇ ਪੱਖ ਦੇ ਵਿੱਚ ਨਹੀਂ ਸੀ ਔਰ 1948 ਦੇ ਵਿੱਚ ਇੰਡੋਨੇਸ਼ੀਆ ਦਾ ਜਿਹੜਾ ਝਗੜਾ ਹੈ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਕੋਲ ਗਿਆ ਸੀ ਔਰ ਭਾਰਤ ਦੇ ਯਤਨਾਂ ਦੇ ਫਲਸਰੂਪ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਨੇ 24 ਦਸੰਬਰ 1948 ਨੂੰ ਇਸ ਪ੍ਰਸਤਾਵ ਨੂੰ ਪਾਸ ਕਰਕੇ ਨੀਦਰਲੈਂਡ ਦੀ ਸਰਕਾਰ ਤੇ ਇੰਡੋਨੇਸ਼ੀਆ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਦੇ ਵਿੱਚ ਸਫਲ ਹੋਏ ਹਨ, ਜਿਸ ਦੇ ਵਿੱਚ ਭਾਰਤ ਦੀ ਜਿਹੜੀ ਮਹੱਤਵਪੂਰਨ ਭੂਮਿਕਾ ਰਹੀ ਹੈ। ਸੋ ਤਾਂ ਕਰਕੇ ਇਹਨਾਂ ਝਗੜਿਆਂ ਦਾ ਜਿਹੜਾ ਜ਼ਿਕਰ ਆਪਾਂ ਇਸ ਦੇ ਵਿੱਚ ਕਰਾਂਗੇ। ਅਗਲਾ ਜੀ ਕੁਐਸਚਨ ਨੰਬਰ 7 ਸੰਯੁਕਤ ਰਾਸ਼ਟਰ ਦੇ ਉਦੇਸ਼ ਅਤੇ ਭਾਰਤ ਦੀ ਵਿਦੇਸ਼ ਨੀਤੀ ਦੇ ਮੁੱਖ ਉਦੇਸ਼। ਆਪਸ਼ਨ ਏ ਹੈ ਜੀ ਅਲੱਗ-ਅਲੱਗ ਹਨ, ਆਪਸ਼ਨ ਬੀ ਹੈ ਜੀ ਇੱਕੋ ਜਿਹੇ ਹਨ, ਆਪਸ਼ਨ ਸੀ ਹੈ ਜੀ ਦੋਹਾਂ ਵਿੱਚ ਬਹੁਤ ਅੰਤਰ ਹੈ, ਆਪਸ਼ਨ ਡੀ ਹੈ ਜੀ ਕੋਈ ਨਹੀਂ। ਤਾਂ ਇਸਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਬੀ ਹੈ ਜੀ ਇੱਕੋ ਜਿਹੇ ਨੇ ਜੀ। ਯਾਦ ਰੱਖਣਾ ਕਿ ਸੁਤੰਤਰਤਾ ਮਗਰੋਂ ਭਾਰਤ ਨੇ ਜੋ ਵਿਦੇਸ਼ ਨੀਤੀ ਗ੍ਰਹਿਣ ਕੀਤੀ ਉਸ ਦੇ ਮੁੱਖ ਉਦੇਸ਼ ਲਗਭਗ ਉਹੀ ਸਨ ਜੋ ਸੰਯੁਕਤ ਰਾਸ਼ਟਰ ਦੇ ਚਾਰਟਰ ਵਿੱਚ ਇਸ ਸੰਸਥਾ ਦੇ ਉਦੇਸ਼ ਦੇ ਸਿਧਾਂਤ ਦਰਸਾਏ ਗਏ ਹਨ, ਜਿਵੇਂ ਕਿ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਸਥਾਪਿਤ ਕਰਨਾ, ਵੱਖ-ਵੱਖ ਦੇਸ਼ਾਂ ਵਿਚਕਾਰ ਦੋਸਤਾਨਾ ਸੰਬੰਧ ਕਾਇਮ ਕਰਨਾ, ਅੰਤਰਰਾਸ਼ਟਰੀ ਝਗੜਿਆਂ ਨੂੰ ਸ਼ਾਂਤਮਈ ਸਾਧਨਾਂ ਦੁਆਰਾ ਹੱਲ ਕਰਨਾ, ਆਰਥਿਕ, ਸਮਾਜਿਕ, ਸੱਭਿਆਚਾਰ ਤੇ ਮਨੁੱਖੀ ਸਰੂਪ ਦੀਆਂ ਅੰਤਰਰਾਸ਼ਟਰੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਸਹਿਯੋਗ ਵਧਾਉਣਾ। ਸੋ ਇਹੀ ਪ੍ਰਮੁੱਖ ਤੌਰ 'ਤੇ ਵਿਸ਼ੇਸ਼ਤਾਵਾਂ ਭਾਰਤ ਦੀ ਵਿਦੇਸ਼ ਨੀਤੀ ਦੀਆਂ ਨੇ, ਜਿਵੇਂ ਗੁੱਟ ਨਿਰਲੇਪਤਾ, ਬਸਤੀਵਾਦ, ਨਕਸਲਵਾਦ ਦੀ ਵਿਰੋਧਤਾ, ਅੰਤਰਰਾਸ਼ਟਰੀ ਕਾਨੂੰਨ ਪ੍ਰਤੀ ਸਤਿਕਾਰ, ਸ਼ਾਂਤਮਈ ਸਹਿਹੋਂਦ, ਜਿਵੇਂ ਪੰਚਸ਼ੀਲ ਦੇ ਪ੍ਰਮੁੱਖ ਜਿਹੜੇ ਸਿਧਾਂਤ ਨੇ ਜੀ। ਸੋ ਇਸ ਕਰਕੇ ਜਿਹੜਾ ਸੰਯੁਕਤ ਰਾਸ਼ਟਰ ਦੇ ਉਦੇਸ਼ ਤੇ ਭਾਰਤ ਦੀ ਵਿਦੇਸ਼ ਨੀਤੀ ਹੈ, ਦੋਹਾਂ ਦਾ ਉਦੇਸ਼ ਜਿਹੜਾ ਹੈ ਇੱਕੋ ਜਿਹਾ ਨੇ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 8 ਡਾਕਟਰ ਰਾਧਾ ਕ੍ਰਿਸ਼ਨਨ ਯੂਨੈਸਕੋ ਦੇ ਪ੍ਰਧਾਨ ਕਦੋਂ ਚੁਣੇ ਗਏ? ਆਪਸ਼ਨ ਏ ਜੀ 1948, ਆਪਸ਼ਨ ਬੀ ਜੀ 1950, ਆਪਸ਼ਨ ਸੀ ਹੈ ਜੀ 1956, ਆਪਸ਼ਨ ਡੀ ਹੈ ਜੀ 1960। ਤਾਂ ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ 1956 ਦੇ ਵਿੱਚ ਡਾਕਟਰ ਰਾਧਾ ਕ੍ਰਿਸ਼ਨਨ ਜੀ ਜਿਹੜੇ ਨੇ ਯੂਨੈਸਕੋ ਦੇ ਪ੍ਰਧਾਨ ਚੁਣੇ ਗਏ ਸੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 9 ਕਿਸ ਦੇਸ਼ ਨੂੰ ਛੱਡ ਕੇ ਸਾਰੇ ਸਥਾਈ ਮੈਂਬਰਾਂ ਨੇ ਭਾਰਤ ਲਈ ਸਥਾਈ ਮੈਂਬਰੀ ਦਾ ਸਮਰਥਨ ਕੀਤਾ? ਆਪਸ਼ਨ ਹੈ ਜੀ ਪਾਕਿਸਤਾਨ, ਆਪਸ਼ਨ ਬੀ ਹੈ ਜੀ ਚੀਨ, ਆਪਸ਼ਨ ਸੀ ਹੈ ਜੀ ਰੂਸ, ਆਪਸ਼ਨ ਡੀ ਹੈ ਜੀ ਫਰਾਂਸ। ਸੋ ਆਪਾਂ ਡਿਸਕਸ ਕਰ ਚੁੱਕੇ ਹਾਂ ਇਸ ਤੋਂ ਪਹਿਲਾਂ ਦੀ ਵੀਡੀਓ ਦੇ ਵਿੱਚ ਜੀ ਕਿ 10 ਜਿਹੜੇ ਨੇ ਅਸਥਾਈ ਮੈਂਬਰ ਨੇ ਜਿਨ੍ਹਾਂ ਦੀ ਚੋਣ ਹਰ 2 ਸਾਲ ਬਾਅਦ ਕੀਤੀ ਜਾਂਦੀ ਹੈ ਔਰ ਇਸ ਤੋਂ ਇਲਾਵਾ ਜਿਹੜਾ ਹੈ 5 ਜਿਹੜੇ ਨੇ ਉਹ ਸਥਾਈ ਮੈਂਬਰ ਨੇ, ਪਰਮਾਨੈਂਟ ਮੈਂਬਰ ਨੇ ਜੀ। ਔਰ ਭਾਰਤ ਜਿਹੜਾ ਹੈ ਹਮੇਸ਼ਾ ਸਥਾਈ ਮੈਂਬਰੀ ਦੀ ਜਿਹੜੀ ਹੈ ਮੰਗ ਕਰਦਾ ਰਿਹਾ ਔਰ ਇਸ ਦਾ ਜਿਹੜਾ ਹੈ ਇੱਕ ਮੈਂਬਰ ਨੂੰ ਛੱਡ ਕੇ ਸਭ ਨੇ ਸਮਰਥਨ ਕੀਤਾ ਹੈ ਔਰ ਇਸ ਕੁਐਸਚਨ ਦਾ ਆਪਣਾ ਜਿਹੜਾ ਆਨਸਰ ਆਏਗਾ ਬੀ ਹੈ। ਸੋ ਚੀਨ ਨੂੰ ਛੱਡ ਕੇ ਬਾਕੀ ਜਿਹੜੇ ਮੈਂਬਰ ਨੇ ਇਸ ਦੇ ਸਥਾਈ, ਜਿਸ ਦੇ ਵਿੱਚ ਅਮਰੀਕਾ, ਰੂਸ, ਬਰਤਾਨੀਆ ਅਤੇ ਫਰਾਂਸ ਨੇ ਜੀ। 5 ਸਥਾਈ ਮੈਂਬਰ ਨੇ ਅਮਰੀਕਾ, ਰੂਸ, ਬਰਤਾਨੀਆ, ਫਰਾਂਸ ਅਤੇ ਚੀਨ। ਸੋ ਅਮਰੀਕਾ, ਰੂਸ, ਬਰਤਾਨੀਆ, ਫਰਾਂਸ ਜਿਹੜੇ ਨੇ ਉਹ ਭਾਰਤ ਦੀ ਸੁਰੱਖਿਆ ਪਰਿਸ਼ਦ ਦੀ ਸਥਾਈ ਮੈਂਬਰੀ ਦੀ ਪ੍ਰੋੜਤਾ ਕਰਦੇ ਨੇ, ਜਦਕਿ ਜਿਹੜਾ ਚੀਨ ਹੈ ਉਹੀ ਇੱਕ ਅਜਿਹਾ ਦੇਸ਼ ਹੈ ਜੋ ਸੁਰੱਖਿਆ ਪਰਿਸ਼ਦ ਦੀ ਸਥਾਈ ਮੈਂਬਰੀ ਦੀ ਪ੍ਰੋੜਤਾ ਨਹੀਂ ਕਰਦਾ ਭਾਰਤ ਦੀ। ਅੱਗੇ ਹੈ ਜੀ ਕੁਐਸਚਨ ਨੰਬਰ ਆਪਣਾ 10 ਕਿਸ ਸਾਲ ਭਾਰਤ ਸੁਰੱਖਿਆ ਪਰਿਸ਼ਦ ਦਾ ਅਸਥਾਈ ਮੈਂਬਰ ਨਹੀਂ ਚੁਣਿਆ ਗਿਆ? ਆਪਸ਼ਨ ਏ ਹੈ ਜੀ 1963, ਆਪਸ਼ਨ ਬੀ ਹੈ ਜੀ 1977, ਆਪਸ਼ਨ ਸੀ ਹੈ ਜੀ 1972, ਆਪਸ਼ਨ ਡੀ ਹੈ ਜੀ 2011। ਤਾਂ ਇਸ ਕੁਐਸਚਨ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਹੈ ਜੀ 1992 ਦੇ ਵਿੱਚ ਭਾਰਤ ਜਿਹੜਾ 100 ਵੋਟਾਂ ਦੇ ਨਾਲ ਜਾਪਾਨ ਤੋਂ ਹਾਰ ਗਿਆ ਸੀ ਜੀ। ਔਰ ਇਸ ਤੋਂ ਇਲਾਵਾ ਜਿਹੜਾ ਹੈ ਭਾਰਤ 1963 ਦੇ ਵਿੱਚ ਔਰ ਉਸ ਤੋਂ ਬਾਅਦ 67 ਦੇ ਵਿੱਚ, 72 ਦੇ ਵਿੱਚ, 77 ਦੇ ਵਿੱਚ, 84 ਦੇ ਵਿੱਚ, 91 ਦੇ ਵਿੱਚ ਭਾਰਤ ਜਿਹੜਾ ਸੁਰੱਖਿਆ ਪਰਿਸ਼ਦ ਦਾ ਔਰ ਇਸ ਤੋਂ ਇਲਾਵਾ 2011 ਦੇ ਵਿੱਚ ਸੁਰੱਖਿਆ ਪਰਿਸ਼ਦ ਦਾ ਅਸਥਾਈ ਜਿਹੜਾ ਮੈਂਬਰ ਹੈ ਉਹ ਚੁਣਿਆ ਗਿਆ ਸੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 11 ਜੀ 10 ਨਵੰਬਰ 1994 ਨੂੰ ਭਾਰਤ ਕਿੰਨਵੀਂ ਵਾਰ ਆਰਥਿਕ ਅਤੇ ਸਮਾਜਿਕ ਪਰਿਸ਼ਦ ਦਾ ਮੈਂਬਰ ਜਿਹੜਾ ਉਹ ਚੁਣਿਆ ਗਿਆ? ਆਪਸ਼ਨ ਏ ਜੀ 8ਵੀਂ ਵਾਰ, ਆਪਸ਼ਨ ਬੀ ਜੀ 5ਵੀਂ ਵਾਰ, ਆਪਸ਼ਨ ਸੀ ਜੀ 9ਵੀਂ ਵਾਰ, ਆਪਸ਼ਨ ਡੀ ਹੈ ਜੀ 7ਵੀਂ ਵਾਰ। ਤਾਂ ਇਸਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਹੈ ਜੀ 9ਵੀਂ ਵਾਰ ਜਿਹੜਾ ਹੈ ਮੈਂਬਰ ਚੁਣਿਆ ਗਿਆ ਸੀ ਜੀ ਆਰਥਿਕ ਤੇ ਸਮਾਜਿਕ ਪਰਿਸ਼ਦ ਦਾ ਜੀ।
ਔਰ ਭਾਰਤ ਆਰਥਿਕ ਤੇ ਸਮਾਜਿਕ ਜਿਹੜੀ ਪਰਿਸ਼ਦ ਹੈ, ਇਕਨੋਮਿਕ ਐਂਡ ਸੋਸ਼ਲ ਕਾਉਂਸਲ ਹੈ, ਉਸ ਦਾ ਆਰੰਭ ਤੋਂ ਹੀ ਮੈਂਬਰ ਚੁਣਿਆ ਜਾਂਦਾ ਰਿਹਾ। ਜਿਸ ਸਮੇਂ ਭਾਰਤ ਸੁਰੱਖਿਆ ਪਰਿਸ਼ਦ ਦਾ ਮੈਂਬਰ ਹੁੰਦਾ ਸੀ, ਉਸ ਸਮੇਂ ਭਾਰਤ ਆਰਥਿਕ ਤੇ ਸਮਾਜਿਕ ਪਰਿਸ਼ਦ ਦੀ ਚੋਣ ਜਿਹੜਾ ਹੈ ਨਹੀਂ ਲੜਦਾ ਸੀ। ਔਰ ਇਸ ਤਰ੍ਹਾਂ ਉਸ ਸਮੇਂ ਨੂੰ ਛੱਡ ਕੇ ਜਦੋਂ ਭਾਰਤ ਜਿਹੜਾ ਹੈ ਅਸਥਾਈ ਮੈਂਬਰ ਰਿਹਾ, ਉਸ ਨੂੰ ਛੱਡ ਕੇ ਆਰਥਿਕ ਤੇ ਸਮਾਜਿਕ ਪਰਿਸ਼ਦ ਦਾ ਲਗਾਤਾਰ ਮੈਂਬਰ ਰਿਹਾ। ਕੇਵਲ 1975 ਦੇ ਵਿੱਚ ਜਿਹੜਾ ਇੱਕ ਵਾਰ ਇਸ ਪਰਿਸ਼ਦ ਦੀ ਚੋਣ ਦੇ ਵਿੱਚ ਭਾਰਤ ਜਿਹੜਾ ਸਫਲ ਨਹੀਂ ਸੀ ਹੋ ਸਕਿਆ ਜੀ। ਔਰ 1994 ਦੇ ਵਿੱਚ 10 ਨਵੰਬਰ ਨੂੰ 9ਵੀਂ ਵਾਰ ਜਿਹੜਾ ਹੈ ਸਮਾਜਿਕ ਤੇ ਜਿਹੜੀ ਆਰਥਿਕ ਸੁਰੱਖਿਆ ਪਰਿਸ਼ਦ ਹੈ, ਸੋਸ਼ਲ ਇਕਨੋਮਿਕ ਐਂਡ ਸੋਸ਼ਲ ਜਿਹੜੀ ਕੌਂਸਲ ਹੈ, ਉਸ ਦਾ ਮੈਂਬਰ 9ਵੀਂ ਵਾਰ ਚੁਣਿਆ ਗਿਆ ਸੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 12, ਕਿਸ ਸਾਲ ਭਾਰਤ ਆਰਥਿਕ ਅਤੇ ਸਮਾਜਿਕ ਪਰਿਸ਼ਦ ਦਾ ਮੈਂਬਰ ਨਹੀਂ ਚੁਣਿਆ ਗਿਆ ਸੀ? ਸੋ ਡਿਸਕਸ ਕਰ ਚੁੱਕੇ ਹਾਂ ਜੀ 1975 ਦੇ ਵਿੱਚ। ਅਗਲਾ ਕੁਐਸਚਨ ਹੈ ਜੀ ਆਪਣਾ ਕੁਐਸਚਨ ਨੰਬਰ 13, ਕਿਸ ਸਾਲ ਭਾਰਤ ਦੇ ਡਾਕਟਰ ਲਕਸ਼ਮਣ ਸਵਾਮੀ ਮੁਆਲਦੀਅਰ ਦਿੱਲੀ ਵਿਖੇ ਹੋਏ ਵਿਸ਼ਵ ਸਿਹਤ ਸੰਘ ਦੇ ਸੰਮੇਲਨ ਦੇ ਪ੍ਰਧਾਨ ਚੁਣੇ ਗਏ? ਆਪਸ਼ਨ ਏ ਜੀ 1967, ਆਪਸ਼ਨ ਬੀ ਹੈ ਜੀ 1961, ਆਪਸ਼ਨ ਸੀ ਹੈ ਜੀ 1970, ਆਪਸ਼ਨ ਡੀ ਹੈ ਜੀ 1965। ਤਾਂ ਸਹੀ ਆਨਸਰ ਹੈ ਜੀ ਆਪਸ਼ਨ ਹੈਗੀ ਹੈ ਜੀ ਬੀ 1961 ਦੇ ਵਿੱਚ। ਔਰ ਇਸ ਤੋਂ ਪਹਿਲਾਂ ਰਾਜਕੁਮਾਰੀ ਅੰਮ੍ਰਿਤ ਕੌਰ ਵੀ ਜਿਹੜੀ ਇਸ ਪਦਵੀ 'ਤੇ ਜਿਹੜੀ ਹੈ ਰਹਿ ਚੁੱਕੀ ਹੈ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 14, ਇੰਡੋ ਪਾਕ ਖੇਤਰ ਵਿੱਚ ਦੇਖਭਾਲ ਕਰਨ ਲਈ ਜੋ ਅੰਤਰਰਾਸ਼ਟਰੀ ਨਿਯੰਤਰਣ ਅਤੇ ਨਿਰੀਖਣ ਆਯੋਗ ਸਥਾਪਿਤ ਕੀਤਾ ਗਿਆ ਸੀ, ਉਸ ਦਾ ਪ੍ਰਧਾਨ ਸੀ? ਆਪਸ਼ਨ ਏ ਜੀ ਚੀਨ, ਆਪਸ਼ਨ ਬੀ ਹੈ ਜੀ ਭਾਰਤ, ਆਪਸ਼ਨ ਸੀ ਹੈ ਜੀ ਚੀਨ ਅਤੇ ਭਾਰਤ, ਆਪਸ਼ਨ ਡੀ ਹੈ ਜੀ ਇੰਡੋਨੇਸ਼ੀਆ। ਬਿਲਕੁਲ ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ, ਭਾਰਤ ਜਿਹੜਾ ਹੈ ਉਸ ਦਾ ਪ੍ਰਧਾਨ ਸੀ। ਹਿੰਦ ਚੀਨ ਵਿੱਚ ਤੇ ਫਰਾਂਸੀਸੀ ਸੈਨਾਵਾਂ ਦੇ ਵਿੱਚ ਯੁੱਧ ਬੰਦ ਕਰਾਉਣ ਦੇ ਲਈ ਭਾਰਤ ਨੇ ਅਨੇਕਾਂ ਯਤਨ ਕੀਤੇ ਸੀ। ਔਰ ਇਸ ਖੇਤਰ ਦੀਆਂ ਹਿੰਦ ਚੀਨ ਦੀਆਂ ਜਿਹੜੀਆਂ ਰਾਜਨੀਤਿਕ ਸਮੱਸਿਆਵਾਂ ਨੂੰ ਹੱਲ ਕਰਨ ਲਈ 3 ਮੈਂਬਰੀ ਸ਼ਾਂਤੀ ਆਯੋਗ ਦਾ ਜਿਹੜਾ ਭਾਰਤ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 15, ਭਾਰਤ ਸੰਯੁਕਤ ਰਾਸ਼ਟਰ ਮੁੱਖੀ ਅਧਿਕਾਰ ਆਯੋਗ ਦਾ ਦੁਬਾਰਾ ਮੈਂਬਰ ਜਿਹੜਾ ਹੈ ਕਦੋਂ ਚੁਣਿਆ ਗਿਆ? ਆਪਸ਼ਨ ਏ ਹੈ ਜੀ 18 ਮਈ 1982, ਆਪਸ਼ਨ ਬੀ ਹੈ ਜੀ 7 ਮਈ 1983, ਆਪਸ਼ਨ ਸੀ ਹੈ ਜੀ 20 ਮਾਰਚ 1982, ਆਪਸ਼ਨ ਡੀ ਹੈ ਜੀ 7 ਮਈ 1982 ਜੀ। ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਡੀ ਹੈ ਜੀ 7 ਮਈ 1982 ਨੂੰ ਜਿਹੜਾ ਭਾਰਤ ਦੁਬਾਰਾ ਮਨੁੱਖੀ ਅਧਿਕਾਰ ਆਯੋਗ ਦਾ ਜਿਹੜਾ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਮਿਸ਼ਨ ਹੈ, ਉਸ ਦਾ ਮੈਂਬਰ ਚੁਣਿਆ ਗਿਆ ਸੀ ਜੀ। ਔਰ ਇਸ ਤੋਂ ਪਹਿਲਾਂ 1979 ਦੇ ਵਿੱਚ ਜਿਹੜਾ 3 ਸਾਲ ਦੇ ਸਮੇਂ ਲਈ ਇਹ ਜਿਹੜਾ ਭਾਰਤ ਹੈ ਆਯੋਗ ਦਾ ਮੈਂਬਰ ਚੁਣਿਆ ਗਿਆ ਸੀ, ਹਿਊਮਨ ਰਾਈਟਸ ਆਯੋਗ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 16, ਸਵਰਗਵਾਸੀ ਸ੍ਰੀ ਸਤਪਾਲ ਮਿੱਤਲ ਨੂੰ ਸੰਯੁਕਤ ਰਾਸ਼ਟਰ ਸ਼ਾਂਤੀ ਤਗਮੇ ਨਾਲ ਕਦੋਂ ਸਨਮਾਨਿਤ ਕੀਤਾ ਗਿਆ? ਆਪਸ਼ਨ ਏ ਜੀ 1988, ਆਪਸ਼ਨ ਬੀ ਹੈ ਜੀ 1999, ਆਪਸ਼ਨ ਸੀ ਹੈ ਜੀ 1987, ਆਪਸ਼ਨ ਡੀ ਹੈ ਜੀ 1986। ਸਹੀ ਆਨਸਰ ਹੈ ਜੀ ਆਪਸ਼ਨ ਸੀ 1987। ਸੋ 8 ਜੂਨ 1987 ਨੂੰ ਜਿਹੜਾ ਹੈ ਸਤਪਾਲ ਮਿੱਤਲ ਜੀ ਨੂੰ ਸੰਯੁਕਤ ਰਾਸ਼ਟਰ ਸ਼ਾਂਤੀ ਤਗਮੇ ਦੇ ਨਾਲ ਜਿਹੜਾ ਸਨਮਾਨਿਤ ਹੈ ਉਹ ਕੀਤਾ ਗਿਆ ਸੀ। ਔਰ ਸ਼੍ਰੀ ਮਿੱਤਲ ਨੂੰ ਜਿਹੜਾ ਇਹ ਸਨਮਾਨ ਹੈ ਰਾਸ਼ਟਰ ਦੁਆਰਾ ਆਬਾਦੀ ਦਾ ਨਿਯੰਤਰਣ ਅਤੇ ਵਿਕਾਸ ਸੰਬੰਧੀ ਕੀਤੇ ਜਾਂਦੇ ਕਾਰਜਾਂ ਵਿੱਚ ਉਹਨਾਂ ਵੱਲੋਂ ਦਿੱਤੇ ਮਹੱਤਵਪੂਰਨ ਯੋਗਦਾਨ ਕਾਰਨ ਜਿਹੜਾ ਪ੍ਰਦਾਨ ਕੀਤਾ ਗਿਆ ਸੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 17, ਸ਼੍ਰੀ JRD ਟਾਟਾ ਨੂੰ ਸੰਯੁਕਤ ਰਾਸ਼ਟਰ ਵਸੋਂ ਪੁਰਸਕਾਰ ਦੇਣ ਦੀ ਘੋਸ਼ਣਾ ਕਦੋਂ ਕੀਤੀ ਗਈ? ਆਪਸ਼ਨ ਏ ਹੈ ਜੀ 16 ਸਤੰਬਰ 1991, ਆਪਸ਼ਨ ਬੀ ਹੈ ਜੀ 16 ਨਵੰਬਰ 1991, ਆਪਸ਼ਨ ਸੀ ਹੈ ਜੀ 16 ਸਤੰਬਰ 1991, ਆਪਸ਼ਨ ਡੀ ਹੈ ਜੀ 18 ਦਸੰਬਰ 1991 ਜੀ। ਤਾਂ ਇਸਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਹੈ ਜੀ 16 ਸਤੰਬਰ 1991 ਨੂੰ ਜਿਹੜਾ ਹੈ ਸ਼੍ਰੀ RD ਟਾਟਾ, ਜੋ ਕਿ ਭਾਰਤ ਦੇ ਪ੍ਰਸਿੱਧ ਉਦਯੋਗਪਤੀ ਸੀ ਜੀ, ਉਹਨਾਂ ਨੂੰ ਸੰਯੁਕਤ ਰਾਸ਼ਟਰ ਵਸੋਂ ਪੁਰਸਕਾਰ ਦੇਣ ਦੀ ਘੋਸ਼ਣਾ ਕੀਤੀ ਗਈ। ਕੁਐਸਚਨ ਨੰਬਰ ਅੱਗੇ 18 ਹੈ ਜੀ, ਕੋਰੀਆ ਵਿੱਚ ਯੁੱਧਬੰਦੀਆਂ ਦੀ ਅਦਲਾ-ਬਦਲੀ ਦੇ ਸਬੰਧ ਵਿੱਚ ਸੰਯੁਕਤ ਰਾਸ਼ਟਰ ਸੰਘ ਦੁਆਰਾ ਗਠਿਤ 5 ਮੈਂਬਰੀ ਕਮਿਸ਼ਨ ਦਾ ਪ੍ਰਧਾਨ ਕਿਸ ਨੂੰ ਚੁਣਿਆ ਗਿਆ? ਆਪਸ਼ਨ ਏ ਹੈ ਜੀ ਚੀਨ, ਆਪਸ਼ਨ ਬੀ ਹੈ ਜੀ ਰੂਸ, ਆਪਸ਼ਨ ਸੀ ਹੈ ਜੀ ਰੂਸ ਅਤੇ ਭਾਰਤ, ਆਪਸ਼ਨ ਡੀ ਹੈ ਜੀ ਭਾਰਤ। ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਡੀ ਹੈ ਜੀ ਭਾਰਤ। ਸੋ ਯਾਦ ਰੱਖਣਾ ਕਿ 1950 ਦੇ ਵਿੱਚ ਉੱਤਰੀ ਕੋਰੀਆ ਨੇ ਦੱਖਣੀ ਕੋਰੀਆ 'ਤੇ ਹਮਲਾ ਕੀਤਾ ਔਰ ਸੰਯੁਕਤ ਰਾਸ਼ਟਰ ਨੇ ਅਮਰੀਕਾ ਅਤੇ ਹੋਰ ਦੇਸ਼ਾਂ ਦੀ ਸਹਾਇਤਾ ਨਾਲ ਉੱਤਰੀ ਕੋਰੀਆ ਦੇ ਵਿਰੁੱਧ ਜੰਗ ਰੋਕਣ ਲਈ ਫੌਜਾਂ ਜਿਹੜੀਆਂ ਨੇ ਭੇਜੀਆਂ ਸੀ। ਔਰ ਭਾਰਤ ਦੇ ਸੈਨਿਕਾਂ ਨੇ ਵੀ ਇਸ ਕਾਰਵਾਈ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੀ।
ਔਰ ਕੋਰੀਆ ਵਿੱਚ ਜਿਹੜੇ ਯੁੱਧ ਬੰਦੀਆਂ ਦੀ ਅਦਲਾ ਬਦਲੀ ਦੇ ਸੰਬੰਧ ਵਿੱਚ ਸੰਯੁਕਤ ਰਾਸ਼ਟਰ ਨੇ ਜਿਹੜੇ 5 ਮੈਂਬਰਾਂ ਦਾ ਕਮਿਸ਼ਨ ਗਠਿਤ ਕੀਤਾ ਸੀ, ਭਾਰਤ ਨੂੰ ਜਿਹੜਾ ਉਸ ਦਾ ਪ੍ਰਧਾਨ ਬਣਾਇਆ। ਕੁਐਸਚਨ ਨੰਬਰ ਅੱਗੇ ਹੈ ਜੀ 19 ਯੂਗਾਂਡਾ ਦੀ ਸਮੱਸਿਆ ਹੱਲ ਕਰਨ ਲਈ ਭਾਰਤ ਨੇ ਕਿਸ ਸਾਲ 2000 ਸੈਨਿਕ ਭੇਜੇ? ਆਪਸ਼ਨ ਏ ਹੈ ਜੀ 1990, ਆਪਸ਼ਨ ਬੀ ਹੈ ਜੀ 1995, ਆਪਸ਼ਨ ਸੀ ਹੈ ਜੀ 1994, ਆਪਸ਼ਨ ਡੀ ਹੈ ਜੀ 1992। ਸੋ ਯਾਦ ਰੱਖਣਾ ਕਿ ਸੰਯੁਕਤ ਰਾਸ਼ਟਰ ਦੇ ਲਈ ਭਾਰਤ ਜਦੋਂ ਵੀ ਜ਼ਰੂਰਤ ਪੈਂਦੀ ਹੈ, ਜਿੱਥੇ ਵੀ ਜ਼ਰੂਰਤ ਪੈਂਦੀ ਹੈ, ਆਪਣੇ ਜਿਹੜੇ ਸੈਨਿਕ ਹੈ ਉਹ ਸੰਯੁਕਤ ਰਾਸ਼ਟਰ ਦੇ ਲਈ ਜਿਹੜਾ ਹੈ ਭੇਜਦਾ ਹੈ। ਔਰ ਯੂਗਾਂਡਾ ਦੀ ਸਮੱਸਿਆ ਹੱਲ ਕਰਨ ਦੇ ਲਈ ਭਾਰਤ ਨੇ ਜਿਹੜਾ ਹੈ ਸਨ 1994 ਦੇ ਵਿੱਚ, ਸੋ ਸੀ ਆਪਸ਼ਨ ਸਹੀ ਹੈ ਜੀ, 1994 ਦੇ ਵਿੱਚ 2000 ਸੈਨਿਕ ਭੇਜੇ ਸੀ, ਅਕਤੂਬਰ 1994 ਦੇ ਵਿੱਚ, ਤਾਂ ਕਿ ਉੱਥੇ ਜਿਹੜੀ ਸ਼ਾਂਤੀ ਸਥਾਪਿਤ ਕੀਤੀ ਜਾ ਸਕੇ। ਕੁਐਸਚਨ ਨੰਬਰ ਕੀ ਹੈ ਜੀ 20 ਅਰਬ ਇਜ਼ਰਾਈਲ ਝਗੜਾ 1967 ਦੇ ਵਿੱਚ ਜਿਹੜਾ ਹੋਇਆ ਸੀ, ਭਾਰਤ ਨੇ ਉਸ ਵਿੱਚ ਕਿਸ ਦਾ ਸਮਰਥਨ ਕੀਤਾ? ਆਪਸ਼ਨ ਏ ਜੀ ਅਰਬ ਦਾ, ਆਪਸ਼ਨ ਬੀ ਹੈ ਜੀ ਇਜ਼ਰਾਈਲ ਦਾ, ਆਪਸ਼ਨ ਸੀ ਜੀ ਕਿਸੇ ਦਾ ਨਹੀਂ। ਸਹੀ ਆਨਸਰ ਹੈ ਜੀ ਆਪਸ਼ਨ ਏ ਜੀ ਅਰਬ ਦਾ। ਸੋ 1967 ਵਿੱਚ ਅਰਬ ਇਜ਼ਰਾਈਲ ਦੇ ਵਿੱਚ ਲੜਾਈ ਹੋਈ ਸੀ। ਇਜ਼ਰਾਈਲ ਨੇ ਜਿਹੜਾ ਹੈ ਅਰਬ ਦੇ ਖੇਤਰਾਂ 'ਤੇ ਕਬਜ਼ਾ ਕਰ ਲਿਆ ਔਰ ਭਾਰਤ ਨੇ ਇਜ਼ਰਾਈਲ ਨੂੰ ਅਰਬ ਖੇਤਰ ਖਾਲੀ ਕਰਨ ਲਈ ਸੰਯੁਕਤ ਰਾਸ਼ਟਰ ਵੱਲੋਂ ਪਾਸ ਜਿਹੜਾ ਪ੍ਰਸਤਾਵ ਸੀ ਉਸ ਦਾ ਸਮਰਥਨ ਕੀਤਾ ਸੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 21 ਕਿਸ ਸਾਲ ਸੰਯੁਕਤ ਰਾਸ਼ਟਰ ਦੁਆਰਾ ਸਰਬਸੰਮਤੀ ਨਾਲ ਬਸਤੀਵਾਦ ਨੂੰ ਖਤਮ ਕਰਨ ਦੀ ਘੋਸ਼ਣਾ ਨੂੰ ਅਮਲੀ ਰੂਪ ਦੇਣ ਲਈ 24 ਮੈਂਬਰੀ ਕਮੇਟੀ ਬਣਾਈ ਗਈ? ਆਪਸ਼ਨ ਏ ਜੀ 1947, ਆਪਸ਼ਨ ਬੀ ਹੈ ਜੀ 1958, ਆਪਸ਼ਨ ਸੀ ਹੈ ਜੀ 1961, ਆਪਸ਼ਨ ਡੀ ਹੈ ਜੀ 1982। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਹੈ ਜੀ 1961 ਜੀ। ਸੋ ਯਾਦ ਰੱਖਣਾ ਕਿ ਭਾਰਤ ਜਿਹੜਾ ਹੈ ਬਸਤੀਵਾਦ ਅਤੇ ਸਾਮਰਾਜ ਦੀ ਵਿਰੋਧਤਾ ਕਰਦਾ ਹੈ। ਸੋ ਇਸ ਨੂੰ ਖਤਮ ਕਰਨ ਦੇ ਲਈ ਸੰਯੁਕਤ ਰਾਸ਼ਟਰ ਨੇ ਜਿਹੜਾ ਹੈ ਘੋਸ਼ਣਾ ਕੀਤੀ ਸੀ ਔਰ ਇਹ 24 ਮੈਂਬਰੀ ਕਮੇਟੀ ਬਣਾਈ ਸੀ, ਭਾਰਤ ਜਿਹੜਾ ਜਿਸ ਦਾ ਮੈਂਬਰ ਸੀ। ਅੱਗੇ ਜੀ ਕੁਐਸਚਨ ਨੰਬਰ 22 ਭਾਰਤ ਨੇ ਸਾਮਵਾਦੀ ਚੀਨ ਨੂੰ ਸੰਯੁਕਤ ਰਾਸ਼ਟਰ ਤੋਂ ਬਾਹਰ ਰੱਖਣ ਦਾ ਯਤਨ ਕੀਤਾ। 1962 ਵਿੱਚ ਚੀਨ ਦੇ ਹਮਲੇ ਤੋਂ ਬਾਅਦ ਭਾਰਤ ਨੇ ਚੀਨ ਦੇ ਪ੍ਰਵੇਸ਼ ਸੰਬੰਧੀ ਆਪਣੇ ਵਿਚਾਰ ਬਦਲ ਲਏ। ਆਪਸ਼ਨ ਏ ਜੀ ਇਹ ਕਥਨ ਬਿਲਕੁਲ ਸਹੀ ਹੈ, ਆਪਸ਼ਨ ਬੀ ਹੈ ਜੀ ਇਹ ਕਥਨ ਬਿਲਕੁਲ ਗਲਤ ਹੈ, ਆਪਸ਼ਨ ਸੀ ਹੈ ਜੀ ਅੰਸ਼ਕ ਰੂਪ ਵਿੱਚ ਸਹੀ ਹੈ, ਆਪਸ਼ਨ ਡੀ ਹੈ ਜੀ ਕੋਈ ਨਹੀਂ। ਤਾਂ ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ ਇਹ ਕਥਨ ਜਿਹੜਾ ਬਿਲਕੁਲ ਗਲਤ ਹੈ ਜੀ। ਸੋ ਯਾਦ ਰੱਖਣਾ ਹੈ ਕਿ ਕੁਝ ਪੱਛਮੀ ਤਾਕਤਾਂ ਨੇ ਜਿਹੜਾ ਸਾਮਵਾਦੀ ਚੀਨ ਨੂੰ ਸੰਯੁਕਤ ਰਾਸ਼ਟਰ ਤੋਂ ਬਾਹਰ ਰੱਖਣ ਦਾ ਯਤਨ ਕੀਤਾ ਸੀ, ਪਰ ਭਾਰਤ ਨੇ ਸਾਮਵਾਦੀ ਚੀਨ ਨੂੰ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਾਉਣ ਦੇ ਲਈ ਭਰਪੂਰ ਯਤਨ ਕੀਤੇ ਸਨ। ਭਾਵੇਂ 1962 ਦੇ ਵਿੱਚ ਚੀਨ ਨੇ ਭਾਰਤ ਦੇ ਉੱਤੇ ਹਮਲਾ ਕੀਤਾ ਸੀ, ਪਰੰਤੂ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਚੀਨ ਦਾ ਪ੍ਰਵੇਸ਼ ਕਰਾਉਣ ਲਈ ਆਪਣੇ ਵਿਚਾਰ ਬਦਲੇ ਨਹੀਂ ਸੀ, ਬਲਕਿ ਉਹਦਾ ਸਮਰਥਨ ਜਿਹੜਾ ਹਮੇਸ਼ਾ ਕਰਦਾ ਰਿਹਾ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 23 ਜਦੋਂ ਵੀਅਤਨਾਮ ਨੇ ਦੱਖਣੀ ਅਤੇ ਉੱਤਰੀ ਵੀਅਤਨਾਮ ਨੇ 1975 ਵਿੱਚ ਸੰਯੁਕਤ ਰਾਸ਼ਟਰ ਦੀ ਮੈਂਬਰੀ ਪ੍ਰਾਪਤੀ ਕਰਨੀ ਚਾਹੀ ਸੀ ਤਾਂ ਉਸ ਦਾ ਵਿਰੋਧ ਕੀਤਾ। ਆਪਸ਼ਨ ਏ ਜੀ ਰੂਸ ਨੇ, ਆਪਸ਼ਨ ਬੀ ਹੈ ਜੀ ਅਮਰੀਕਾ ਨੇ, ਆਪਸ਼ਨ ਸੀ ਹੈ ਜੀ ਭਾਰਤ ਨੇ, ਆਪਸ਼ਨ ਡੀ ਹੈ ਜੀ ਚੀਨ ਨੇ। ਸਹੀ ਆਨਸਰ ਹੈ ਜੀ ਆਪਸ਼ਨ ਬੀ। ਸੋ ਅਮਰੀਕਾ ਨੇ ਜਿਹੜਾ ਹੈ ਇਸ ਦਾ ਵਿਰੋਧ ਕੀਤਾ ਸੀ ਜਦੋਂ 1975 ਦੇ ਵਿੱਚ ਦੱਖਣੀ ਵੀਅਤਨਾਮ ਅਤੇ ਉੱਤਰੀ ਵੀਅਤਨਾਮ ਨੇ ਜਿਹੜਾ ਸੰਯੁਕਤ ਰਾਸ਼ਟਰ ਦੀ ਮੈਂਬਰੀ ਪ੍ਰਾਪਤ ਕਰਨੀ ਚਾਹੀ ਸੀ। ਸੋ ਉਸਨੇ ਆਪਣੇ ਨਿਖੇਧ ਅਧਿਕਾਰ ਦੀ ਵਰਤੋਂ ਕਰਕੇ ਸੰਯੁਕਤ ਰਾਸ਼ਟਰ ਵਿੱਚ ਇਹਨਾਂ ਦੇਸ਼ਾਂ ਨੂੰ ਪ੍ਰਵੇਸ਼ ਨਹੀਂ ਕਰਨ ਦਿੱਤਾ ਸੀ, ਪਰ ਭਾਰਤ ਨੇ ਅਮਰੀਕਾ ਦੀ ਇਸ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਸੀ ਔਰ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਕਿਸੇ ਵੀ ਦੇਸ਼ ਦੇ ਪ੍ਰਵੇਸ਼ ਨੂੰ ਰੋਕਣ ਦਾ ਯਤਨ ਯਾਦ ਰੱਖਣਾ ਨਹੀਂ ਕੀਤਾ, ਸਗੋਂ ਸੰਯੁਕਤ ਰਾਸ਼ਟਰ ਨੂੰ ਸਹੀ ਅਰਥਾਂ ਦੇ ਵਿੱਚ ਵਿਸ਼ਵ ਵਿਆਪੀ ਸੰਗਠਨ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 24 ਹੈ ਜੀ ਸੰਯੁਕਤ ਰਾਸ਼ਟਰ ਦੀ ਮਹਾਸਭਾ ਨੇ ਮਨੁੱਖੀ ਅਧਿਕਾਰਾਂ ਦੀ ਸਰਵ ਵਿਆਪੀ ਘੋਸ਼ਣਾ ਕਦੋਂ ਕੀਤੀ ਸੀ? ਆਪਸ਼ਨ ਹੈ ਜੀ 10 ਨਵੰਬਰ 1945, ਆਪਸ਼ਨ ਬੀ ਹੈ ਜੀ 10 ਦਸੰਬਰ 1946, ਆਪਸ਼ਨ ਸੀ ਹੈ ਜੀ 10 ਦਸੰਬਰ 1948, ਆਪਸ਼ਨ ਡੀ ਹੈ ਜੀ 10 ਦਸੰਬਰ 1950। ਤਾਂ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ 10 ਦਸੰਬਰ 1948 ਨੂੰ ਜਿਹੜਾ ਹੈ ਸੰਯੁਕਤ ਰਾਸ਼ਟਰ ਦੀ ਮਹਾਸਭਾ ਨੇ ਮਨੁੱਖੀ ਅਧਿਕਾਰਾਂ ਦੀ ਸਰਵਵਿਆਪੀ ਘੋਸ਼ਣਾ ਯੂਨੀਵਰਸਲ ਡਿਕਲੇਰੇਸ਼ਨ ਆਫ ਹਿਊਮਨ ਰਾਈਟਸ ਜਿਹੜੀ ਉਹ ਕੀਤੀ ਸੀ ਔਰ ਇਹਦੇ ਜਿਹੜੇ ਕੁੱਲ 30 ਅਨੁਛੇਦ ਨੇ ਜੀ। ਔਰ ਯਾਦ ਰੱਖਣਾ 10 ਦਸੰਬਰ ਨੂੰ ਹੀ ਹਿਊਮਨ ਰਾਈਟਸ ਡੇ ਜਿਹੜਾ ਹੈ ਮਨਾਇਆ ਜਾਂਦਾ ਵਿਸ਼ਵ ਪੱਧਰ 'ਤੇ ਔਰ ਇਸ ਵਿੱਚ ਜਿਹੜਾ ਹੈ ਨਿੱਜੀ ਜਿਹੜੇ 30 ਅਨੁਛੇਦ ਨੇ ਇਹਨਾਂ ਦੇ ਵਿੱਚ ਨਿੱਜੀ ਸਮਾਜਿਕ ਰਾਜਨੀਤਿਕ ਆਰਥਿਕ ਸੱਭਿਆਚਾਰਕ ਮਨੁੱਖੀ ਅਧਿਕਾਰਾਂ ਦੀ ਜਿਹੜੀ ਸੂਚੀ ਦਿੱਤੀ ਗਈ ਹੈ
ਔਰ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇ ਰੂਪ ਵਿੱਚ ਭਾਰਤੀਆਂ ਨੂੰ ਆਪਣੇ ਸੰਵਿਧਾਨ ਦੁਆਰਾ ਜਿਹੜਾ ਲਗਭਗ ਉਹ ਸਾਰੇ ਅਧਿਕਾਰ ਪ੍ਰਦਾਨ ਕੀਤੇ ਹਨ ਜੋ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਦੀ ਘੋਸ਼ਣਾ ਦੇ ਵਿੱਚ ਅੰਕਿਤ ਹਨ। ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ, ਇੱਕ ਚੀਜ਼ ਹੋਰ ਯਾਦ ਰੱਖਣੀ ਕਿ ਜਦੋਂ ਵੀ ਕਿਸੇ ਦੇਸ਼ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਤਾਂ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਉਸ ਦੇ ਵਿਰੁੱਧ ਜਿਹੜੀ ਆਵਾਜ਼ ਉਠਾਈ ਹੈ ਜੀ। ਕੁਐਸਚਨ ਨੰਬਰ ਅੱਗੇ ਹੈ ਜੀ 25, ਪਰਮਾਣੂ ਹਥਿਆਰਾਂ ਦੇ ਤਜਰਬਿਆਂ ਉੱਤੇ ਮੁਕੰਮਲ ਪਾਬੰਦੀ ਲਗਾਈ ਜਾਵੇ। ਸੰਯੁਕਤ ਰਾਸ਼ਟਰ ਦੀ ਮਹਾਸਭਾ ਨੂੰ 1954 ਵਿੱਚ ਇਹ ਅਪੀਲ ਕਿਸ ਨੇ ਕੀਤੀ ਸੀ? ਆਪਸ਼ਨ ਏ ਜੀ ਲਾਲ ਬਹਾਦਰ ਸ਼ਾਸਤਰੀ, ਆਪਸ਼ਨ ਬੀ ਹੈ ਜੀ ਪੰਡਤ ਜਵਾਹਰ ਲਾਲ ਨਹਿਰੂ, ਆਪਸ਼ਨ ਸੀ ਹੈ ਜੀ ਡਾਕਟਰ ਰਾਜਿੰਦਰ ਪ੍ਰਸਾਦ, ਆਪਸ਼ਨ ਡੀ ਹੈ ਜੀ ਡਾਕਟਰ BR ਅੰਬੇਦਕਰ। ਸੋ ਯਾਦ ਰੱਖਣਾ ਕਿ ਭਾਰਤ ਜਿਹੜਾ ਪਰਮਾਣੂ ਹਥਿਆਰਾਂ ਦਾ ਹਮੇਸ਼ਾ ਵਿਰੋਧੀ ਰਿਹਾ ਹੈ। ਹਾਲਾਂਕਿ ਭਾਰਤ ਨੇ ਜਿਹੜਾ ਹੈ 1975 ਤੇ ਉਸ ਤੋਂ ਬਾਅਦ 3 ਨਵੰਬਰ 1998 ਨੂੰ ਜਿਹੜਾ ਹੈ ਮਈ 1998 ਦੇ ਵਿੱਚ 5 ਪਰਮਾਣੂ ਧਮਾਕੇ ਕੀਤੇ ਸੀ, ਪਰ ਭਾਰਤ ਨੇ ਹਮੇਸ਼ਾ ਇਹ ਗੱਲ ਕਹੀ ਹੈ ਕਿ ਪਰਮਾਣੂ ਹਥਿਆਰਾਂ ਦੀ ਜਿਹੜੀ ਵਰਤੋਂ ਹੈ ਉਹ ਮਨੁੱਖ ਦੀਆਂ ਜਿਹੜੇ ਚੰਗੇ ਕੰਮ ਨੇ, ਚੰਗੇ ਕੰਮਾਂ ਵਾਸਤੇ ਜਿਹੜਾ ਹੈ ਮਨੁੱਖ ਦੇ ਵਿਕਾਸ ਵਾਸਤੇ ਕੀਤੀ ਜਾਵੇ, ਵਿਨਾਸ਼ਕਾਰੀ ਕੰਮਾਂ ਲਈ ਪਰਮਾਣੂ ਹਥਿਆਰਾਂ ਦੀ ਵਰਤੋਂ ਜਿਹੜੀ ਹੈ ਨਾ ਕੀਤੀ ਜਾਵੇ। ਸੋ ਜਿਹੜੇ ਕਿਹਾ ਸੀ ਕਿ ਪਰਮਾਣੂ ਹਥਿਆਰਾਂ ਦੇ ਤਜਰਬਿਆਂ 'ਤੇ ਮੁਕੰਮਲ ਪਾਬੰਦੀ ਲਗਾਈ ਜਾਵੇ, ਇਹ ਕਿਹਾ ਸੀ ਜੀ 1954 ਦੇ ਵਿੱਚ ਪੰਡਤ ਜਵਾਹਰ ਲਾਲ ਨਹਿਰੂ ਜੀ ਨੇ। ਆਪਸ਼ਨ ਬੀ ਜਿਹੜਾ ਹੈ ਸਹੀ ਆਨਸਰ ਹੈ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 26, ਭਾਰਤ ਨੇ ਕਿਸ ਸਾਲ ਸੰਯੁਕਤ ਰਾਸ਼ਟਰ ਦੀ ਮਹਾਸਭਾ ਵਿੱਚ ਦੱਖਣੀ ਅਫਰੀਕਾ ਦੀ ਨਸਲ ਪ੍ਰਸਤ ਸਰਕਾਰ ਵੱਲੋਂ ਕੀਤੇ ਜਾਂਦੇ ਨਸਲੀ ਵਿਤਕਰੇ 'ਤੇ ਸਵਾਲ ਉਠਾਇਆ ਸੀ? ਆਪਸ਼ਨ ਹੈ ਜੀ 1955, ਆਪਸ਼ਨ ਬੀ ਹੈ ਜੀ 1965, ਆਪਸ਼ਨ ਸੀ ਹੈ ਜੀ 1964, ਆਪਸ਼ਨ ਡੀ ਹੈ ਜੀ 1970 ਜੀ। ਸਹੀ ਆਨਸਰ ਹੈ ਜੀ ਆਪਸ਼ਨ ਸੀ। ਸੋ ਭਾਰਤ ਜਿਹੜਾ ਹੈ ਪਹਿਲਾ ਦੇਸ਼ ਹੈ ਜਿਸ ਨੇ 1964 ਦੇ ਵਿੱਚ ਸੰਯੁਕਤ ਰਾਸ਼ਟਰ ਦੀ ਮਹਾਸਭਾ ਵਿੱਚ ਦੱਖਣੀ ਅਫਰੀਕਾ ਦੀ ਨਸਲ ਪ੍ਰਸਤ ਸਰਕਾਰ ਵੱਲੋਂ ਕੀਤੇ ਜਾਂਦੇ ਨਸਲੀ ਵਿਤਕਰੇ ਦੇ ਵਿਰੁੱਧ ਜਿਹੜਾ ਸਵਾਲ ਉਹ ਉਠਾਇਆ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 27, ਅਹਿੰਸਾ ਦਾ ਚੌਥਾ ਅੰਤਰਰਾਸ਼ਟਰੀ ਦਿਵਸ ਕਦੋਂ ਮਨਾਇਆ ਗਿਆ? ਆਪਸ਼ਨ ਹੈ ਜੀ 2 ਅਕਤੂਬਰ 2009, ਆਪਸ਼ਨ ਬੀ ਹੈ ਜੀ 2 ਅਕਤੂਬਰ 2010, ਆਪਸ਼ਨ ਸੀ ਹੈ ਜੀ 2 ਅਕਤੂਬਰ 2011, ਆਪਸ਼ਨ ਡੀ ਹੈ ਜੀ 2 ਅਕਤੂਬਰ 2012। ਸਹੀ ਆਨਸਰ ਹੈ ਜੀ ਆਪਸ਼ਨ ਸੀ 2 ਅਕਤੂਬਰ 2010 ਨੂੰ। ਬੀ ਜਿਹੜਾ ਸਹੀ ਆਨਸਰ ਆਊਗਾ ਜੀ ਇਸ ਦਾ 2 ਅਕਤੂਬਰ 2010 ਨੂੰ। ਸੋ ਇਸ ਨੂੰ ਸਹੀ ਕਰ ਲਿਓ ਜੀ, ਬੀ ਸਹੀ ਆਨਸਰ ਰਹੇਗਾ। 2 ਅਕਤੂਬਰ 2010 ਨੂੰ ਜਿਹੜਾ ਸੰਯੁਕਤ ਰਾਸ਼ਟਰ ਨੇ ਅਹਿੰਸਾ ਦਾ ਚੌਥਾ ਅੰਤਰਰਾਸ਼ਟਰੀ ਦਿਵਸ ਮਨਾਇਆ ਸੀ ਔਰ ਇਸ ਦਿਵਸ 'ਤੇ ਭਾਰਤ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਔਰ ਇਸ ਸਮਾਗਮ ਵਿੱਚ ਭਾਰਤ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੁਆਰਾ ਦਿੱਤੇ ਅਹਿੰਸਾ ਦੇ ਸਿਧਾਂਤ ਨੂੰ ਵਿਸ਼ੇਸ਼ ਤੌਰ 'ਤੇ ਜਿਹੜਾ ਯਾਦ ਕੀਤਾ ਗਿਆ ਸੀ। ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 28, ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਿਸ ਸਾਲ ਸਪਸ਼ਟ ਕਰ ਦਿੱਤਾ ਸੀ ਕਿ ਭਾਰਤ ਸੁਰੱਖਿਆ ਪਰਿਸ਼ਦ ਵਿੱਚ ਵੀਟੋ ਸ਼ਕਤੀ ਵਾਲਾ ਸਥਾਈ ਮੈਂਬਰ ਬਣਨਾ ਚਾਹੁੰਦਾ? ਯਾਦ ਰੱਖਣਾ ਕਿ ਭਾਰਤ ਜਿਹੜਾ ਹੈ ਸਥਾਈ ਮੈਂਬਰਸ਼ਿਪ ਚਾਹੁੰਦਾ ਪਰ ਵੀਟੋ ਸ਼ਕਤੀ ਵਾਲਾ, ਬਿਨਾਂ ਵੀਟੋ ਸ਼ਕਤੀ ਤੋਂ ਜਿਹੜਾ ਕਦੀ ਵੀ ਮੈਂਬਰਸ਼ਿਪ ਭਾਰਤ ਸਵੀਕਾਰ ਨਹੀਂ ਕਰਨਾ ਚਾਹੁੰਦਾ। ਔਰ ਕਦੋਂ ਜਿਹੜਾ ਹੈ ਸਪਸ਼ਟ ਕੀਤਾ ਸੀ ਡਾਕਟਰ ਮਨਮੋਹਨ ਸਿੰਘ ਨੇ? ਆਪਸ਼ਨ ਹੈ ਜੀ 2003, ਆਪਸ਼ਨ ਬੀ ਹੈ ਜੀ 2004, ਆਪਸ਼ਨ ਸੀ ਹੈ ਜੀ 2005, ਆਪਸ਼ਨ ਡੀ ਹੈ ਜੀ 2006 ਜੀ। ਸਹੀ ਆਨਸਰ ਹੈ ਜੀ ਆਪਸ਼ਨ ਬੀ 2004 ਦੇ ਵਿੱਚ। ਸੋ ਕੁਐਸਚਨ ਦੂਸਰੇ ਤਰੀਕੇ ਨਾਲ ਆ ਸਕਦਾ ਹੈ ਕਿ ਕਿਸ ਪ੍ਰਧਾਨ ਮੰਤਰੀ ਨੇ 2004 ਦੇ ਵਿੱਚ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਕਿ ਭਾਰਤ ਸੁਰੱਖਿਆ ਪਰਿਸ਼ਦ ਵਿੱਚ ਵੀਟੋ ਸ਼ਕਤੀ ਵਾਲਾ ਸਥਾਈ ਮੈਂਬਰ ਬਣਨਾ ਚਾਹੁੰਦਾ? ਤਾਂ ਇਹ ਜਿਹੜਾ ਹੈ ਡਾਕਟਰ ਮਨਮੋਹਨ ਸਿੰਘ ਉਸ ਦਾ ਆਨਸਰ ਰਹੇਗਾ। ਕੁਐਸਚਨ ਨੰਬਰ 29 ਹੈ ਜੀ 2010 ਵਿੱਚ ਭਾਰਤ ਨੂੰ ਸੰਯੁਕਤ ਰਾਸ਼ਟਰ ਲੋਕਤੰਤਰੀ ਫੰਡ ਵਿੱਚ ਯੋਗਦਾਨ ਪਾਉਣ 'ਤੇ ਵਿਸ਼ਵ ਵਿੱਚ ਸਥਾਨ ਮਿਲਿਆ। ਆਪਸ਼ਨ ਹੈ ਜੀ ਪਹਿਲਾ, ਆਪਸ਼ਨ ਬੀ ਹੈ ਜੀ ਦੂਜਾ, ਆਪਸ਼ਨ ਸੀ ਹੈ ਜੀ ਤੀਜਾ, ਆਪਸ਼ਨ ਡੀ ਹੈ ਜੀ ਚੌਥਾ। ਤਾਂ ਭਾਰਤ ਜੋ ਹੈ ਸੰਯੁਕਤ ਰਾਸ਼ਟਰ ਲੋਕਤੰਤਰੀ ਫੰਡ ਦੇ ਵਿੱਚ ਯੋਗਦਾਨ ਪਾਉਂਦਾ ਰਿਹਾ ਜੀ ਔਰ ਇਸ ਕੁਐਸਚਨ ਦਾ ਜਿਹੜਾ ਆਨਸਰ ਆਏਗਾ ਆਪਸ਼ਨ ਬੀ ਆਏਗਾ ਜੀ। ਸੋ ਦੂਜਾ ਸਥਾਨ ਭਾਰਤ ਨੂੰ ਮਿਲਿਆ ਸੀ 2010 ਦੇ ਵਿੱਚ। ਸੋ ਨਵੰਬਰ 2010 ਦੇ ਵਿੱਚ ਭਾਰਤ ਨੇ ਆਮ ਯੋਗਦਾਨ ਤੋਂ ਇਲਾਵਾ ਜਿਹੜਾ ਹੈ 5 ਮਿਲੀਅਨ ਡਾਲਰ ਅਧਿਕ ਯੋਗਦਾਨ ਸੰਯੁਕਤ ਰਾਸ਼ਟਰ ਲੋਕਤੰਤਰੀ ਫੰਡ ਦੇ ਵਿੱਚ ਦਿੱਤਾ ਸੀ ਔਰ ਉਸ ਸਮੇਂ ਤੱਕ ਭਾਰਤ ਪਹਿਲਾਂ ਹੀ ਲਗਭਗ 25 ਮਿਲੀਅਨ ਡਾਲਰ ਇਸ ਫੰਡ ਦੇ ਵਿੱਚ ਦੇ ਚੁੱਕਾ ਸੀ। ਇਸ ਤਰ੍ਹਾਂ ਭਾਰਤ ਵਿਸ਼ਵ ਦਾ ਦੂਜਾ ਅਜਿਹਾ ਦੇਸ਼ ਬਣ ਗਿਆ ਜਿਸ ਨੇ ਇਸ ਫੰਡ ਵਿੱਚ ਇੰਨਾ ਜ਼ਿਆਦਾ ਯੋਗਦਾਨ ਦਿੱਤਾ ਹੋਵੇ। ਪਹਿਲਾ ਨੰਬਰ ਯਾਦ ਰੱਖਣਾ ਸੰਯੁਕਤ ਰਾਜ ਅਮਰੀਕਾ ਦਾ ਸੀ ਅਤੇ ਦੂਜਾ ਨੰਬਰ ਜਿਹੜਾ ਪ੍ਰਾਪਤ ਕਰਨ ਦਾ ਮਾਣ ਉਹ ਭਾਰਤ ਨੂੰ ਹੋਇਆ ਸੀ ਔਰ ਕਦੇ ਵੀ ਭਾਰਤ ਜਿਹੜਾ ਹੈ ਸੰਯੁਕਤ ਰਾਸ਼ਟਰ ਨੂੰ ਵਿੱਤੀ ਸਹਾਇਤਾ ਦੇਣ ਤੋਂ ਪਿੱਛੇ ਨਹੀਂ ਹਟਿਆ ਜੀ। ਅੱਗੇ ਜੀ ਕੁਐਸਚਨ ਨੰਬਰ 30 ਜੀ, ਸ਼੍ਰੀਮਤੀ ਕਿਰਨ ਬੇਦੀ ਨੂੰ ਕਿਸ ਸਾਲ ਸੰਯੁਕਤ ਰਾਸ਼ਟਰ ਅਸੈਨਿਕ ਪੁਲਿਸ ਸਲਾਹਕਾਰ ਦੀ ਪਦਵੀ 'ਤੇ ਨਿਯੁਕਤ ਕੀਤਾ ਗਿਆ? ਆਪਸ਼ਨ ਹੈ ਜੀ 2005, ਆਪਸ਼ਨ ਬੀ ਹੈ ਜੀ 2002,
ਆਪਸ਼ਨ ਸੀ ਹੈ ਜੀ 2003, ਆਪਸ਼ਨ ਡੀ ਹੈ ਜੀ 2007। ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਹੈ ਜੀ 2003। ਸੋ 11 ਜਨਵਰੀ 2003 ਨੂੰ ਸ਼੍ਰੀਮਤੀ ਕਿਰਨ ਬੇਦੀ ਨੂੰ ਜਿਹੜਾ ਸੰਯੁਕਤ ਰਾਸ਼ਟਰ ਅਸੈਨਿਕ ਪੁਲਿਸ ਸਲਾਹਕਾਰ ਜਿਹੜਾ ਸੀ ਯੂਨਾਈਟਿਡ ਨੇਸ਼ਨ ਸਿਵਿਲੀਅਨ ਪੁਲਿਸ ਐਡਵਾਈਜ਼ਰ ਦੀ ਜਿਹੜੀ ਪਦਵੀ ਹੈ ਉੱਥੇ ਨਿਯੁਕਤ ਕੀਤਾ ਗਿਆ ਸੀ। ਔਰ ਯਾਦ ਰੱਖਣਾ ਕਿ ਸ਼੍ਰੀਮਤੀ ਬੇਦੀ ਵਿਸ਼ਵ ਦੀ ਪਹਿਲੀ ਇਸਤਰੀ ਹੈ ਜਿਸ ਨੂੰ ਇਸ ਪਦਵੀ ਲਈ ਚੁਣਿਆ ਗਿਆ ਸੀ। ਔਰ ਸ਼੍ਰੀਮਤੀ ਬੇਦੀ ਜਿਹੜੀ ਪਹਿਲੀ ਭਾਰਤੀ ਨਾਗਰਿਕ ਹੈ ਜਿਸ ਨੂੰ ਇਸ ਮਹੱਤਵਪੂਰਨ ਪਦਵੀ 'ਤੇ ਨਿਯੁਕਤ ਕੀਤਾ ਗਿਆ ਸੀ। ਔਰ ਸ਼੍ਰੀਮਤੀ ਬੇਦੀ ਦੀ ਨਿਯੁਕਤੀ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਉਸ ਸਮੇਂ ਦੇ ਸੀ ਸ੍ਰੀ ਕੋਫੀ ਅਨਾਨ ਜਿਹੜੇ ਨੇ ਉਹਨਾਂ ਦੁਆਰਾ ਕੀਤੀ ਗਈ ਸੀ ਜੀ। ਸੋ ਇਹ ਸੀ ਜੀ ਅੱਜ ਦੇ ਆਪਣੇ ਇੰਪੋਰਟੈਂਟ 30 ਕੁਐਸਚਨ ਸੀ ਜੀ। ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਔਰ ਲਾਈਕ ਜ਼ਰੂਰ ਕਰ ਦਿਆ ਕਰੋ, ਕਿਉਂਕਿ ਤੁਹਾਡਾ ਇੱਕ ਲਾਈਕ ਜਿਹੜਾ ਹੈ ਉਹ ਸਾਡੀ ਮੋਟੀਵੇਸ਼ਨ ਹੈ ਜੀ। ਔਰ ਇਸ ਦੇ ਨਾਲ ਹੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਕੁਛ ਸਿੱਖਣ ਨੂੰ ਵੀਡੀਓ ਤੋਂ ਮਿਲਿਆ ਜਾਂ ਨਹੀਂ ਮਿਲਿਆ, ਜਾਂ ਕਿੰਨੀ ਕੁ ਹੋਰ ਜਿਹੜੀ ਇੰਪਰੂਵਮੈਂਟ ਦੀ ਜ਼ਰੂਰਤ ਹੈ ਜੀ। ਸੋ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਜੀ। ਥੈਂਕ ਯੂ ਫॉर ਵਾਚਿੰਗ ਦਾ ਵੀਡੀਓ।